ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਕਿਸੇ ਤਰ੍ਹਾਂ ਦੀ ਬੁੱਕ ਕੀਪਿੰਗ, ਟਰੱਕ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਟੈਕਸਿਸ ਅਤੇ ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣੀਆਂ ਹੋਣ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨਾਲ ਬੇਝਿਜਕ ਹੋ ਕੇ ਗੱਲ ਕਰ ਲਓ। 24915104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ। ਅਤੇ ਆਪਾਂ ਹੁਣ ਚੱਲਦੇ ਹਾਂ ਜੀ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਕਾਲ ਜੁੜ ਗਈ ਹੈ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਭੈਣ ਜੀ ਇੱਕ ਲੇਡੀਜ਼ ਨਾਲ ਸੰਬੰਧਿਤ ਇੱਕ ਖਾਸ ਜਿਹੜੀ ਹੈ ਮਸਲਾ ਹੈ ਕਿ ਥੋੜ੍ਹੀ ਜਿਹੀ ਕੋਈ ਗੱਲ ਹੁੰਦੀ ਹੈ ਤਾਂ ਇੱਕ ਤਾਂ ਦੋ ਚੀਜ਼ਾਂ ਬੜੀਆਂ ਚੱਲਦੀਆਂ ਨੇ। ਇੱਕ ਤਾਂ ਸਜੇਰੀਅਨ, ਜੇ ਕਿਤੇ ਬੱਚਾ ਹੋਣ ਵਾਲਾ ਹੈ, ਅਤੇ ਸਜੇਰੀਅਨ ਤੋਂ ਬਾਅਦ ਜੇ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਓਵਰੀ ਦੇ ਵਿੱਚ, ਜਿਹਨੂੰ ਆਪਾਂ ਬੱਚੇਦਾਨੀ ਕਹਿ ਦਿੰਦੇ ਹਾਂ, ਉਹ ਕਹਿੰਦੇ ਜੀ ਰਿਮੂਵ ਕਰਨ ਲੱਗੇ ਵੀ ਮਿੰਟ ਹੀ ਮਾਰਦੇ ਆ। ਇਹ ਕੀ ਹੈ, ਅਸਲ ਸੱਚਾਈ ਕੀ ਹੈ ਇਹਦੀ? ਹਾਂ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਇੱਕ ਦਰਅਸਲ ਰੈਕਟ ਇਹ ਵੀ ਸ਼ੁਰੂ ਹੋਇਆ ਪਿਆ ਜੇ, ਜਿਹਦੇ ਬਾਰੇ ਸਭ ਤੋਂ ਪਹਿਲਾਂ ਰੌਲਾ ਪਿਆ ਸੀ ਆਂਧਰ ਪ੍ਰਦੇਸ਼ ਵਿੱਚ, ਜਿੱਥੇ ਦਿਹਾੜੀਦਾਰ ਜੋ ਔਰਤਾਂ ਸਨ ਉਹਨਾਂ ਦੀ ਬਹੁਤ ਘੱਟ ਪੈਸਿਆਂ ਤੇ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਨੂੰ ਮਾਹਵਾਰੀ ਕਾਰਨ ਛੁੱਟੀ ਨਾ ਲੈਣੀ ਪਵੇ ਜਾਂ ਇਹਨਾਂ ਨੂੰ ਬੱਚੇ ਜੰਮਣ ਕਾਰਨ ਇਹਨਾਂ ਨੂੰ ਸਾਡੇ ਛੁੱਟੀਆਂ ਨਾਲ ਸਾਡਾ ਕਾਰੋਬਾਰ 'ਚ ਰੁਕਦਾ। ਸੋ ਉਹਨਾਂ ਦੀ ਇੱਕ ਏਜੰਟ ਰਾਹੀਂ ਇਹ ਚੀਜ਼ ਸ਼ੁਰੂ ਕਰਾਈ ਕਿ ਮਾੜਾ ਮੋਟਾ ਵੀ ਜੇ ਤੁਸੀਂ ਕੰਮ ਤੇ ਲੱਗਣਾ ਤਾਂ ਪਹਿਲਾਂ ਬੱਚੇਦਾਨੀ ਰਿਮੂਵ ਕਰਾਓ। ਇਹ ਖਬਰ ਟਾਈਮਜ਼ ਆਫ ਇੰਡੀਆ 'ਚ ਛਪ ਚੁੱਕੀ ਹੋਈ ਹੈ। ਬਿਲਕੁਲ। ਹੁਣ ਉਸ ਤੋਂ ਅਗਲੀ ਗੱਲ ਜੋ ਨਵੀਂ ਪਤਾ ਲੱਗੀ ਹੋਏ ਕਿ ਇਸ ਵੇਲੇ ਇੱਕ ਲੰਬੜਾ ਟਰਾਈਬਸ ਨੇ ਜੋ ਉੱਥੇ ਕੰਨੜਮ ਪਿੰਡ ਦੇ ਵਿੱਚ, ਉੱਥੇ ਹੁਣ ਕਿਉਂਕਿ ਏਜੰਟ ਇੰਨੇ ਉਹ ਪਹਿਲਾਂ ਤੋਂ ਤੁਰੇ ਆਏ ਸਨ ਕਿ ਉਹ ਤਾਂ ਰੁਕ ਗਿਆ ਕੰਮ, ਪਰ ਉਹਦੇ 'ਚ ਕਿਉਂਕਿ ਬਚੀਆਂ ਹੀ ਕੋਈ ਔਰਤਾਂ ਨਹੀਂ, ਹੁਣ ਉਹਨਾਂ ਨੇ ਇਹਨਾਂ ਦਾ ਨਾਮ ਹੀ ਯੂਟਰਸ ਸਨੈਚਰਸ ਆਫ ਆਂਧਰਾ ਨਾਮ ਹੀ ਰੱਖਤਾ। ਇਹ ਕੀ ਕਰਦੇ ਨੇ, ਕੁਝ ਕੁਐਕਸ ਨੇ, ਹਕੀਮ ਜਾਂ RMPs ਬੈਠੇ, ਜਿਹੜੇ ਇਹਨੂੰ ਹਿਸਟਰੈਕਟਮੀ ਯਾਨੀ ਤੁਸੀਂ ਔਰਤ ਦਾ ਯੂਟਰਸ ਰਿਮੂਵ ਕਰਨਾ, ਬੱਚੇਦਾਨੀ ਕੱਢ ਦੇਣੀ ਦਾ ਸੇਲਜ਼ਮੈਨ ਵਜੋਂ ਕੰਮ ਕਰ ਰਹੇ ਨੇ, ਕਮਿਸ਼ਨ ਏਜੰਟ ਬਣ ਚੁੱਕੇ ਨੇ। ਉਹ ਹੁਣ ਇੱਕ ਲੱਭਦੇ ਨੇ ਪੇਂਡੂ ਇਲਾਕਾ ਜਿੱਥੇ ਇਸ ਤਰ੍ਹਾਂ ਕਰ ਸਕਣ, ਤੇ ਉਹਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਜਿਹੜਾ ਵੀ ਉਹਨਾਂ ਦਾ ਆਪਰੇਸ਼ਨ ਦਾ 2-2.5 ਜਿੰਨਾ ਵੀ ਖਰਚਾ ਹੋਣਾ ਲੱਖਾਂ 'ਚ, ਉਹਦੇ ਵਿੱਚੋਂ ਪਰ ਪੇਸ਼ੈਂਟ 10,000 ਤੋਂ 50,000 ਰੁਪਏ ਇਹ ਏਜੰਟ ਲੈਂਦੇ ਨੇ। ਬੱਲੇ ਬੱਲੇ ਬੱਲੇ, ਦੱਸੋ। ਹੁਣ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਜਾਂਦਾ ਹੈ ਵੀ ਮਾੜੀ ਜੀ ਪੀੜ ਵੀ ਜੇ ਹੋ ਗਈ ਮਾਹਵਾਰੀ ਦੌਰਾਨ ਕੈਂਸਰ ਬਣ ਸਕਦਾ ਹੈ, ਮਰ ਜਾਏਗੀ, ਮਾੜਾ ਮੋਟਾ ਪਾਣੀ ਵੀ ਪੈਣ ਲੱਗ ਗਿਆ, ਯਾਨੀ ਦਵਾਈ ਦੇਣ ਦੀ ਥਾਂ ਤੇ ਉਹ ਬਦੋ ਬਦੀ ਔਰਤ ਨੂੰ ਧੱਕਦੇ ਨੇ ਕਿ ਤੁਸੀਂ ਆਪਰੇਸ਼ਨ ਕਰਵਾਓ। ਤੇ ਜਿਨ੍ਹਾਂ ਵਿੱਚ ਰੌਲਾ ਕਿਉਂ ਪਿਆ ਕਿ 20 ਸਾਲ ਤੋਂ ਛੋਟੀਆਂ ਔਰਤਾਂ ਦਾ ਵੀ ਉਹਨਾਂ ਨੇ ਯੂਟਰਸ ਰਿਮੂਵ ਕਰਵਾ ਦਿੱਤਾ, ਜਿਨ੍ਹਾਂ 'ਚ ਹੁਣ ਉਹ ਕੀ ਅੱਗੋਂ ਪ੍ਰੋਬਲਮਸ ਆਉਂਦੀਆਂ ਨੇ ਉਹ ਆਪਾਂ ਦੱਸਦੇ ਹਾਂ। ਕਿਉਂਕਿ ਯੂਟਰਸ ਦੇ ਨਾਲ ਜਦੋਂ ਓਵਰੀਜ਼ ਵੀ ਰਿਮੂਵ ਕਰ ਦਿੱਤੀਆਂ, ਇੱਕ ਤਰੀਕੇ ਉਹਨਾਂ ਦੇ ਜੋ ਸਰੀਰਕ ਸੰਬੰਧ ਬਣਾਉਣ ਵਿੱਚ ਵੀ ਦਿੱਕਤ ਆਣੀ, ਜਾਂ ਉਹਨਾਂ ਦਾ ਯਾਨੀ ਇਸ ਕਦਰ ਹੱਡੀਆਂ ਦੀ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਣੀ, ਕੈਂਸਰ ਹੋਣ ਦਾ ਖਤਰਾ ਵੱਧ ਜਾਣਾ, ਉਹਨਾਂ ਨੂੰ ਘਬਰਾਹਟ ਦੇ ਅਟੈਕਸ ਆਣੇ, ਜੋ ਮਾਹਵਾਰੀ ਬੰਦ ਹੋਣ ਤੋਂ ਬਾਅਦ ਚੀਜ਼ਾਂ ਹੋਣੀਆਂ ਹੁੰਦੀਆਂ, ਉਹ ਸਾਰੀਆਂ ਦੀਆਂ ਸਾਰੀਆਂ ਹੀ ਪਹਿਲਾਂ ਹੋਣ ਨਾਲ ਉਹਨਾਂ ਦੇ ਮਤਲਬ ਇਸ ਕਦਰ ਨੁਕਸਾਨ ਉਹਨਾਂ ਦਾ ਹੋਇਆ ਕਿ ਕਈ ਔਰਤਾਂ ਦੇ ਪਤੀ ਛੱਡ ਗਏ, ਉਹਨਾਂ ਨੂੰ ਯਾਨੀ ਕੁਛ ਨੂੰ ਬੱਚੇਦਾਨੀ ਦੇ ਵਾਲੇ ਰਾਹ ਦੀ ਇਨਫੈਕਸ਼ਨ ਬੜੀ ਤਗੜੀ ਹੋਈ, ਕਈਆਂ ਨੂੰ ਪਿਸ਼ਾਬ ਦੇ ਰਾਹ ਦੀ ਤਕਲੀਫ ਹੋਣ ਲੱਗ ਗਈ, ਬਹੁਤ ਸੀਵੀਅਰ ਡਿਪਰੈਸ਼ਨ 'ਚ ਵੀ ਗਈਆਂ, ਨੀਂਦਰ ਨਾ ਠੀਕ ਆਣੀ ਸ਼ੁਰੂ ਹੋਈ। ਯਾਨੀ ਸਾਰੀਆਂ ਹੀ ਉਹ ਚੀਜ਼ਾਂ ਜਿਹੜੀਆਂ ਬਾਅਦ ਵਿੱਚ ਹੋਣ ਵਾਲੀਆਂ ਸੀ, ਉਹਦੇ ਵਿੱਚ ਡਿਪਰੈਸ਼ਨ ਨਾਲ ਕਈ ਖੁਦਕੁਸ਼ੀ ਤੱਕ ਕਰ ਗਈਆਂ। ਹੁਣ ਉਸ ਤੋਂ ਅੱਗੇ ਵੀ ਇਹਨਾਂ ਦੇ ਇਹ ਜਿਹੜਾ ਬਾਅਦ ਦਾ ਖਰਚਾ ਵੀ ਲਗਭਗ 500 ਰੁਪਏ ਮਹੀਨਾ ਦੀ ਦਵਾਈ ਲਗਾਤਾਰ ਸਾਲਾਂ ਸਾਲ ਉਹ ਖਵਾ ਰਹੇ ਨੇ। ਹੁਣ ਜਿਵੇਂ ਦੀ
ਇਹਨਾਂ ਵਿੱਚ ਕਿਉਂਕਿ ਜਦੋਂ ਇੰਨੀ ਛੇਤੀ ਕੁਦਰਤੀ ਜਿਵੇਂ ਜਦੋਂ ਬੰਦ ਹੋਣੀ ਹੁੰਦੀ ਆ ਮਾਹਵਾਰੀ, ਉਸ ਤੋਂ 30 ਵਰੇ ਵੀ ਅੱਗੇ ਜਦੋਂ ਖਿੱਚ ਲਿਆਂਦੇ ਆ, ਤਾਂ ਇਹਨਾਂ ਵਿੱਚ ਹਾਰਟ ਅਟੈਕ ਹੋਣ ਦਾ ਖਤਰਾ ਬਾਕੀਆਂ ਨਾਲੋਂ ਦੁੱਗਣਾ ਹੋ ਜਾਂਦਾ। ਇਹਨਾਂ 'ਚ ਛੇਤੀ ਮੌਤ ਹੋਣ ਦਾ ਵੀ ਬਹੁਤ ਜ਼ਿਆਦਾ ਰਿਸਕ ਹੁੰਦਾ ਹੈ। ਇਹਨਾਂ ਵਿੱਚ ਮਤਲਬ ਐਂਜਾਈਨਾ ਜਿਹਨੂੰ ਕਹਿੰਦੇ ਆਪਾਂ, ਪੀੜ ਹੋਣ ਲੱਗ ਜਾਣੀ, ਇਹ ਸਾਰੇ ਲੱਛਣ ਬਾਕੀਆਂ ਨਾਲੋਂ ਦੁੱਗਣੇ ਮਾਤਰਾ ਵਿੱਚ ਲੱਭਦੇ ਨੇ ਤੇ ਸਾਰੀਆਂ ਹੀ ਛੇਤੀ ਮੌਤ ਦੇ ਮੂੰਹ ਵਿੱਚ ਜਾਂਦੀਆਂ ਨੇ ਜੀ। ਇਹਦੇ ਵਿੱਚ ਜਿਹੜਾ ਜਿਸ ਤਰੀਕੇ ਦੇ ਇਹ ਟੱਬਰ ਕਰਜ਼ਈ ਬਣਾ ਦਿੱਤੇ ਗਏ ਨੇ, ਕਿਉਂਕਿ ਦੇਖੋ ਦਿਹਾੜੀਦਾਰ ਨੇ ਕਿਸੇ ਕੋਲ ਵੀ 2.5 ਲੱਖ ਰੁਪਇਆ ਇਸ ਤਰ੍ਹਾਂ ਕੱਢਣਾ ਤੇ ਅੱਗੋਂ ਉਹ ਕਰਜ਼ ਤੇ ਚੁੱਕਿਆ ਹੋਇਆ ਅੱਗੋਂ ਹਰ ਮਹੀਨੇ ਫਿਰ ਲਈ ਜਾਣਾ, ਕਿਸੇ ਦੇ ਵੱਸ ਦਾ, ਗਰੀਬ ਦੇ ਵੱਸ ਦਾ ਨਹੀਂ ਹੈ। ਸੋ ਇਹ ਇੰਨਾ ਕੁ ਕਮਿਸ਼ਨ ਦਾ ਸਿਲਸਿਲਾ ਤੁਰਿਆ ਕਿ ਤੁਸੀਂ ਦੇਖੋ ਇਹ ਇਸ ਵੇਲੇ ਜੋ ਮੰਨਿਆ ਗਿਆ ਕਿ ਉੱਥੇ ਭਾਰਤ ਦਾ ਪਹਿਲਾ ਨੰਬਰ 1 ਸੂਬਾ ਬਣ ਗਿਆ ਜਿੱਥੇ 31.4% ਜਿਹੜੀਆਂ ਜਵਾਨ ਔਰਤਾਂ ਦੀ ਜਿਹੜੀ ਇਹ ਤੁਸੀਂ ਅਰਲੀ ਮੀਨੋਪੌਜ਼ ਜਾਂ ਜਿਨ੍ਹਾਂ ਦੀ ਬੱਚੇਦਾਨੀ ਕੱਢ ਦਿੱਤੀ ਗਈ, ਭਾਰਤ ਦਾ ਨੰਬਰ ਪਹਿਲਾ ਸੂਬਾ। ਮੈਂ ਜਦੋਂ ਥੋੜੀ ਜਿਹੀ ਅੱਗੇ ਗੱਲ ਕਰਾਂਗੀ ਤੇ ਸਮਝ ਆਏਗੀ ਕਿ ਅਸੀਂ ਕਿੱਥੇ ਖੜੇ ਹਾਂ, ਕਿਉਂਕਿ ਇਹ ਅੰਕੜੇ ਸਨ 2018 ਦੇ ਜਦੋਂ ਨਜ਼ਰੀ ਪਿਆ, ਇਹ ਰੋਕਿਆ ਗਿਆ ਸਾਰਾ, ਤਾਂ ਫਿਰ ਉਸ ਤੋਂ ਬਾਅਦ ਕਾਫੀ ਜਦੋਂ ਗਾਇਨੇਕੋਲੋਜਿਸਟ ਵੀ ਤੇ ਸਰਕਾਰ ਵੀ ਜਦੋਂ ਹਰਕਤ ਚ ਆਈ, ਇਹ ਹੁਣ 23.1% ਤੇ ਪਹੁੰਚ ਗਈ, ਪਰ ਹਾਲੇ ਵੀ ਨੰਬਰ 1 ਜੇ। ਅਗਲਾ ਜ਼ਰਾ ਧਿਆਨ ਕਰਿਓ, ਜਦੋਂ ਇਹ ਲਿਸਟ ਪੜੋਗੇ ਨਾ ਤੁਹਾਨੂੰ ਇੰਟਰਨੈਟ ਤੇ ਮਿਲ ਜਾਏਗੀ, ਪੰਜਾਬ 21.2% ਤੇ ਦੂਜੇ ਨੰਬਰ ਤੇ ਆ ਚੁੱਕਾ ਜੀ। ਹੁਣ ਇੱਥੇ ਦੇ ਕਾਰਨ ਕੁਛ ਤਾਂ ਇਹ ਏਜੰਟਾਂ ਦਾ ਕੰਮ ਇੱਥੇ ਵੀ ਤੁਰਦਾ ਜੇ ਕਿ ਤੁਸੀਂ ਇਹ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਕਲੀਅਰ ਕਰ ਦਿਆਂ ਕਿ ਸਾਰੇ ਥਾਵਾਂ ਤੇ ਗਾਇਨੇਕੋਲੋਜਿਸਟ ਔਰਤਾਂ ਇਹ ਨਹੀਂ ਕਰ ਰਹੀਆਂ। ਜ਼ਿਆਦਾਤਰ ਜਿਹੜੇ ਇਹ RMPs ਨੇ, ਇਹ ਕੁਛ ਇਹ ਸਭ ਤੋਂ ਵੱਡੀ ਤਾਂ ਇਹ RMP ਨਹੀਂ ਹੈਗੇ, ਵੈਸੇ ਤਾਂ ਸਹੀ ਮੈਨੇ ਚਾਹੀਏ RMP ਤਾਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਸ ਹੁੰਦੇ ਨੇ। ਇਹਨਾਂ ਨੂੰ ਅਸੀਂ ਝੋਲਾ ਛਾਪ ਵਰਡ ਕਰੀਏ, ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਉਹ ਰੱਖੇ ਹੋਏ ਨੇ ਬੰਦੇ, ਏਜੰਟ ਰੱਖੇ ਹੋਏ ਨੇ ਜਿਹੜੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਲੈ ਕੇ ਆਉਂਦੇ ਤੇ ਮੋਟਾ ਉਹਨਾਂ ਦੇ ਇਲਾਜ ਦੇ ਵਿੱਚੋਂ ਪੈਸਾ ਕਮਿਸ਼ਨ ਵੀ ਲੈਂਦੇ ਨੇ। ਹਾਂਜੀ, ਜਿਹੜੇ ਮੈਂ ਕਹਿ ਰਹੀ ਹਾਂ ਕਿ RMPs ਆਪਰੇਸ਼ਨ ਕਰਨ ਲੱਗ ਗਏ ਨੇ, ਜਿਨ੍ਹਾਂ 'ਚ ਕਿ ਸਪੈਸ਼ਲਾਈਜ਼ਡ ਗਾਇਨੇਕੋਲੋਜਿਸਟ ਵੀ ਨਹੀਂ ਹਨ। ਉਹ ਝੋਲਾ ਛਾਪ ਤਾਂ ਵੱਖਰੇ ਤੁਰੀ ਜਾਂਦੇ ਨੇ ਜਿਹੜੇ ਏਜੰਟ ਬਣੇ ਨੇ, ਪਰ ਕਰਨ ਵਾਲੇ ਵੀ ਜਾਂ ਦਾਈਆਂ ਜਾਂ ANM ਜਾਂ ਇਹਨਾਂ ਨੂੰ ਇਹ ਜਾਂ RMP ਰਲ ਮਿਲ ਕੇ ਇਹ ਜ਼ਿਆਦਾ ਇਸ ਸਾਡੇ ਬਠਿੰਡੇ ਵੀ ਹੈਗਾ ਇੱਕੋ ਡਾਕਟਰ ਹੋਰ ਕਿਸੇ ਚੀਜ਼ ਦਾ ਤੇ ਲੋਕਾਂ ਦੇ ਗੋਡੇ ਹੀ ਬਦਲੀ ਜਾਂਦਾ। ਬਿਲਕੁਲ, ਇਹ ਚੀਜ਼ ਜੋ ਸ਼ੁਰੂ ਹੋਈ ਜੇ, ਇਹਦੇ ਨਾਲ ਪੰਜਾਬ ਵਿੱਚ ਕੁਝ ਹੋਰ ਹੀ ਯਾਨੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਜਿਹਦੇ ਵਿੱਚ ਏਜੰਟੀ ਦਾ ਕੰਮ ਤਾਂ ਚਲੋ ਚੱਲਦਾ ਹੀ ਜੇ, ਪਰ ਸਾਡੇ ਜੋ ਹੋਰ ਵੀ ਸਾਹਮਣੇ ਕਾਰਨ ਆਏ ਨੇ ਉਹਨਾਂ ਵਿੱਚ ਔਰਤਾਂ ਦਾ ਵਾਰ-ਵਾਰ ਗਰਭਪਾਤ ਕਰਾਉਣਾ ਕਿ ਉਹ ਧੀ ਜੰਮ ਰਹੀ ਹੈ, ਧੀ ਦਾ ਅਸੀਂ ਅਬੋਰਸ਼ਨ ਕਰਾਣੀ ਹੈ, ਤਾਂ ਉਸ ਸਦਕਾ ਵੀ ਬਹੁਤ ਸਾਰੀਆਂ ਔਰਤਾਂ ਜਾਂ ਬਾਂਝ ਬਣ ਜਾਂਦੀਆਂ ਨੇ ਜਾਂ ਫਿਰ ਉਹਨਾਂ ਦਾ ਯੂਟਰਸ ਜਿਵੇਂ ਰਿਸਕ ਹੋ ਜਾਂਦਾ ਕਿ ਫਟ ਸਕਦਾ, ਇਹਨੂੰ ਨਾਲ ਹੀ ਕੱਢਣਾ ਪਏਗਾ। ਸੋ ਉਹ ਵੀ ਇੱਕ ਬਹੁਤ ਅਹਿਮ ਰੀਜ਼ਨ ਬਣਦਾ ਜਾ ਰਿਹਾ। ਫਿਰ ਟੈਸਟੋਸਟੀਰੋਨ ਖਵਾਉਂਦੇ ਨੇ ਔਰਤਾਂ ਨੂੰ ਕਿ ਮੁੰਡਾ ਹੋਣਾ ਚਾਹੀਦਾ, ਉਸ ਸਦਕਾ ਵੀ ਉਹ ਕੈਂਸਰ ਨੂੰ ਪ੍ਰੋਨ ਹੋ ਰਹੀਆਂ ਨੇ ਜਾਂ ਉਦੋਂ ਉਹਨਾਂ ਦੇ ਵੀ ਕਈਆਂ ਦੇ ਯੂਟਰਸ ਕੱਢਣੇ ਪਏ ਨੇ। ਇਸ ਤੋਂ ਇਲਾਵਾ ਡਰੱਗ ਅਡਿਕਸ਼ਨ ਇੱਕ ਮੇਜਰ ਰੀਜ਼ਨ ਬਣੀ ਜਾਂਦਾ ਜੇ, ਜਿਸ ਚ ਸੈਕਸੁਅਲੀ ਟ੍ਰਾਂਸਮਿਟਡ ਡਿਜ਼ੀਜ਼ਜ਼, ਕੋਈ ਹੋਰ 100 ਟੰਟੇ ਤੇ ਫਿਰ ਜੋ ਐਕਸਟਰਾ ਮੈਰਿਟਲ ਰਿਲੇਸ਼ਨਸ ਬਣਦੇ ਨੇ ਦਾਈਆਂ ਕੋਲੋਂ, ਫਿਰ ਉਹ ਅਬੋਰਸ਼ਨਸ ਕਰਵਾਉਂਦੀਆਂ ਨੇ, ਉਹ ਯੂਟਰਸ ਫਟ ਜਾਂਦਾ, ਉਹ ਯੂਟਰਸ ਆ ਕੇ ਰਿਮੂਵ ਕਰਵਾਉਣਾ ਪੈਂਦਾ। ਕਈ ਇਸ ਤੋਂ ਵੀ ਅਗਾਂਹ ਲੰਘਦੇ ਨੇ। ਹੁਣ ਮੇਰਾ ਖਿਆਲ ਇਹ ਤਾਂ ਖਬਰਾਂ ਹੀ ਛਪ ਚੁੱਕੀਆਂ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਕਿ ਕਿਸ ਤਰੀਕੇ ਜੋ ਹਾਲਾਤ ਜਿਸ ਤਰੀਕੇ ਵਿਗੜੇ ਹੋਏ ਨੇ। ਸੋ ਉਹ ਸਾਰਾ ਜਦੋਂ ਇਹ ਗਿਣਦੇ ਨੇ ਪੂਰੇ ਨੰਬਰਿੰਗ ਕਰਕੇ, ਤੁਸੀਂ ਸਮਝ ਸਕਦੇ ਹੋ ਦੂਜੇ ਨੰਬਰ ਤੇ ਸੂਬਾ ਬਣ ਜਾਣਾ ਜਿਸ 'ਚ ਔਰਤਾਂ ਦਾ ਵਕਤ ਤੋਂ ਪਹਿਲਾਂ, ਜੋ ਇਹ ਅੰਕੜੇ ਜਿਸ ਹਿਸਾਬ ਨਾਲ ਦੱਸਦੇ ਨੇ ਕਿ
50% ਤਾਂ 35 ਸਾਲ ਤੋਂ ਛੋਟੀ ਉਮਰ ਦੀਆਂ ਔਰਤਾਂ ਨੇ ਦੱਸੋ। ਜਿਨ੍ਹਾਂ ਦੇ ਇਹ ਕੱਢ ਰਹੇ ਨੇ, ਜੋ ਕਿ ਬਹੁਤ ਡੇਂਜਰਸ ਗੱਲ ਜੇ। ਨਾ ਸਿਰਫ ਕਿ ਔਰਤਾਂ ਦਾ ਹੀ ਇਸ ਤਰੀਕੇ ਬੱਚੇ ਨਾ ਜੰਮ ਸਕਣ ਦਾ ਰੀਜ਼ਨ, ਪਰ ਕਿਸੇ ਵੀ ਸੂਬੇ ਵਿੱਚ ਉਸ ਸੂਬੇ ਨਾਲ ਰਿਲੇਟਡ ਜੋ ਜੀਨ ਅਗਾਂਹ ਤੁਰਨੇ ਹੁੰਦੇ ਨੇ, ਕੋਈ ਵੀ ਸੂਬਾ ਹੋਵੇ, ਉਹ ਜੀਨ ਹੀ ਜਦੋਂ ਦੇਖੋ ਨਾ ਮਾਂ ਵੱਲੋਂ ਕੁਝ ਆਣਾ ਹੀ ਨਹੀਂ ਜਾਂ ਔਰਤ ਮਾਂ ਬਣ ਹੀ ਨਹੀਂ ਸਕਣੀ ਜੀ, ਤਾਂ ਫਿਰ ਉਹ ਕਿਸੇ ਹੋਰ ਸੂਬੇ ਤੋਂ ਔਰਤਾਂ ਲਿਆਣੀਆਂ ਜਾਂ ਦੂਸਰੇ ਥਾਂ ਤੇ ਕਿਸੇ ਮੁਲਕ ਦੂਜੇ 'ਚ ਜਾ ਕੇ ਵਿਆਹ ਕਰਵਾਉਣਾ, ਤਾਂ ਫਿਰ ਇਹ ਜੈਨੇਟਿਕ ਤਬਦੀਲੀ ਹੌਲੀ ਹੌਲੀ ਕਿਸੇ ਵੀ ਉਸ ਸੂਬੇ ਦੀ ਵਸੋਂ ਦੇ ਵਿੱਚ ਬਹੁਤ ਭਾਰੀ ਮਾਤਰਾ ਵਿੱਚ ਤਬਦੀਲੀ ਲਿਆ ਸਕਦੀ ਹੁੰਦੀ ਜੇ। ਜੀ, ਇਹੀ ਕਾਰਨ ਹੈ ਕਿ ਇਹਦੇ ਵਿੱਚ ਖਤਰਾ ਜੋ ਅਸੀਂ ਜੋ ਕਹਿੰਦੇ ਨੇ ਕਿ ਸ਼ੁਰੂ ਹੋਇਆ ਭਾਵੇਂ ਕੰਨੜਮ ਤੋਂ, ਤੇ ਪਰ ਜਿਸ ਤਰੀਕੇ ਹੌਲੀ ਹੌਲੀ ਇਹ ਹੜੱਪ ਕਰਦਾ ਜਾ ਰਿਹਾ ਭਾਰਤੀਆਂ ਦੀ ਸੋਚ ਕਿ ਸਾਨੂੰ ਕੁੜੀ ਨਹੀਂ ਚਾਹੀਦੀ, ਇਹ ਹੌਲੀ ਹੌਲੀ ਕਿਸ ਤਰੀਕੇ ਅਸੀਂ ਆਪਣੀਆਂ ਹੀ ਔਰਤਾਂ ਦਾ ਘਾਣ ਕਰ ਰਹੇ ਹੋ। ਵੀ ਤੁਸੀਂ ਸਮਝੋ ਕਿ 35 ਵਰੇ ਕੀ ਉਮਰ ਹੁੰਦੀ ਜੇ। ਬਿਲਕੁਲ ਜੀ। ਉਸ ਉਮਰ ਵਿੱਚ ਤੁਸੀਂ ਇੰਨੀਆਂ ਭਾਰੀ ਗਿਣਤੀ 'ਚ ਉਹ ਔਰਤਾਂ ਜਿਹੜੀਆਂ ਬੰਦਿਆਂ ਨਾਲ ਨਾ ਚੰਗੇ ਸੰਬੰਧ ਬਣਾ ਸਕਣ, ਤ੍ਰਹਿਣ ਲੱਗ ਜਾਣ ਜਾਂ ਕਿਸੇ ਬਿਮਾਰੀ ਤੋਂ ਗ੍ਰਸਤ ਹੋ ਜਾਣ, ਤਾਂ ਉਹ ਬੰਦਾ ਕਿਸ ਤਰੀਕੇ ਆਪਣਾ ਘਰ ਨਾਲ ਟਿਕੇਗਾ। ਇੰਨੀ ਭਾਰੀ ਮਾਤਰਾ 'ਚ ਔਰਤਾਂ ਨੂੰ ਕੱਢ ਦਿੱਤਾ ਜਾਣਾ, ਤਿਰਸਕਾਰ ਕਰਨਾ, ਦੂਜਾ ਵਿਆਹ ਕਰਵਾਉਣ ਵੱਲ ਨੂੰ ਭਾਲਣਾ ਜਾਂ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪਸ, ਫਿਰ ਅੰਡਰ ਡਿਪਰੈਸ਼ਨ ਤੁਸੀਂ ਕੋਈ ਸ਼ਰਾਬ, ਡਰੱਗਸ, ਯਾਨੀ ਇਹ ਇੱਕ ਵਿਸ਼ੇਸ਼ ਸਰਕਲ ਬਣ ਚੁੱਕਿਆ ਹੈ ਜਿਹਦੇ ਵਿੱਚ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਹਾਲ ਵਿੱਚ ਕਿਸੇ ਨਾ ਕਿਸੇ ਤਰੀਕੇ ਅਸੀਂ ਉਹਦੇ ਸ਼ਿਕਾਰ ਹਾਂ। ਮਿਸਾਲ ਵਜੋਂ ਜਿਨ੍ਹਾਂ ਨੇ ਇਸ ਪਾਸੇ ਪੈਣਾ, ਕੋਈ ਨਸ਼ੇ ਵੱਲ ਪਿਆ, ਤਾਂ ਕਿੱਥੋਂ ਆਣੀ ਜੇ ਕਮਾਈ? ਤਾਂ ਅਸੀਂ ਹੀ ਲੁੱਟੇ ਜਾਂਦੇ ਆ ਇਹਨਾਂ ਦੇ ਵਿੱਚ ਸਾਰੇ, ਅਸੀਂ ਤਾਂ ਹੀ ਇਹਨਾਂ ਦੇ ਸ਼ਿਕਾਰ ਬਣਦੇ ਆ। ਹੁਣ ਇਹ ਔਰਤਾਂ ਜਿਹੜੀਆਂ ਛੱਡ ਦਿੱਤੀਆਂ ਜਾਂਦੀਆਂ ਨੇ, ਤੁਹਾਨੂੰ ਪਤਾ ਜੇ ਸਮਾਜ ਇਹੋ ਜਿਹੀਆਂ ਔਰਤਾਂ ਨਾਲ ਕੀ ਵਰਤਾਰਾ ਕਰਦਾ ਜੇ। ਇਹ ਜਿਸ ਤਰੀਕੇ ਦੇ ਹਾਲ ਵਿੱਚ ਦਿਹਾੜੀ ਕਰਨ ਤੇ ਮਜਬੂਰ ਨੇ, ਕੁਝ ਸੈਕਸ ਰੈਕਟਸ ਵੱਲ ਤੋਰ ਦਿੱਤੀਆਂ ਜਾਂਦੀਆਂ ਨੇ, ਇਹਨਾਂ ਚੋਂ ਬਹੁਤ ਉਹ ਨੇ ਜਿਹੜੀਆਂ ਫਿਰ ਹੌਲੀ ਹੌਲੀ ਕੋਈ ਰਾਹ ਨਹੀਂ ਬਚਦਾ, ਡਰੱਗ ਲੌਰਡਸ ਦੇ ਹੱਥੀਂ ਚੜ ਕੇ ਇਹ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾਣੀ ਜਾਂ ਡਰੱਗਸ ਅੱਗੇ ਲਿਜਾਣੀਆਂ। ਤੁਸੀਂ ਖਬਰਾਂ ਰਾਹੀਂ ਵੀ ਦੇਖ ਚੁੱਕੇ ਹੋਗੇ 50-50 ਕਿਲੋ ਹੈਰੋਇਨ ਲੈ ਕੇ ਕਿਵੇਂ ਉਹ ਸੀਵਰੇਜ ਦੇ ਵਿੱਚੋਂ ਲੰਘਦੀਆਂ ਇਹ ਔਰਤਾਂ ਫੜੀਆਂ ਗਈਆਂ। ਇਹ ਸਾਰਾ ਯਾਨੀ ਇੱਕ ਅਜੀਬ ਤਰ੍ਹਾਂ ਦੇ, ਉਹ ਤਾਂ ਤੁਸੀਂ ਬਾਹਰ ਦੀ ਗੱਲ ਕਰਦੇ ਜੀ, ਅਸੀਂ ਇੱਥੇ ਆਪਣੇ ਇੱਕ ਜਦੋਂ ਨਹਿਰ ਬਣ ਰਹੀ ਸੀ ਗੰਗ ਨਾਲ ਪੱਕੀ ਹੋਈ ਸੀ, ਇੱਕ ਗੰਗ ਲਿੰਕ ਨਹਿਰ ਬਣਾਈ ਸੀਗੀ ਲੋਹਗੜ੍ਹ ਹਰਿਆਣੇ ਦੇ ਹੈੱਡਵਰਕਸ ਤੋਂ ਗੰਗਾਨਗਰ ਤੱਕ, ਤੇ ਮੈਂ ਆਪਦੇ ਅੱਖੀ ਦੇਖਿਆ ਕਿ ਭੁੱਕੀ ਦੀਆਂ ਬੋਰੀਆਂ ਲੈ ਲੇਡੀਜ਼ ਉਹਦੇ ਵਿੱਚ ਦੀ ਲੰਘਦੀਆਂ ਤੇ ਕਈ ਡੁੱਬਦੀਆਂ ਵੀ ਸੀ, ਤੇ ਲੇਡੀਜ਼ ਨੂੰ ਯੂਜ਼ ਕੀਤਾ ਜਾਂਦਾ ਸੀ ਇਸ ਕੰਮ ਦੇ ਲਈ। ਬਿਲਕੁਲ ਜੀ। ਹੁਣ ਇਹਨਾਂ ਵਿੱਚੋਂ ਜਿਹੜੀਆਂ ਇਹ ਕੁਛ, ਕਿਉਂਕਿ ਇਹ ਹੁਣ ਸਾਹਮਣੇ ਆ ਚੁੱਕੇ ਤੱਥ ਨੇ, ਪੁਲਿਸ ਰਿਕਾਰਡ ਵਿੱਚ ਵੀ ਨੇ, ਕਿ ਜਿਹੜੀਆਂ ਇਸ ਤਰ੍ਹਾਂ ਸੁੱਟ ਦਿੱਤੀਆਂ ਗਈਆਂ, ਕੋਈ ਜਿਨ੍ਹਾਂ ਦਾ ਹੁਣ ਆਸਰਾ ਨਹੀਂ, ਇਹ ਬਹੁਤ ਸਾਰੀਆਂ ਲੁੱਟਾਂ ਖੋਹਾਂ ਵਿੱਚ ਵਾਲੇ ਪਾਸੇ ਵੀ ਪੈ ਗਈਆਂ ਕਿ ਹੁਣ ਕੋਈ ਵੀ ਰਾਹ ਨਹੀਂ, ਸਾਡੇ ਕੋਲ ਰੋਟੀ ਖਾਣ ਨੂੰ ਨਹੀਂ, ਢਿੱਡ ਭਰਨ ਨੂੰ ਕੋਈ ਢੰਗ ਤਰੀਕਾ ਨਹੀਂ, ਕਰੂਗਾ ਕੀ ਜੀ? ਤਾਂ ਵਾਲੀਆਂ ਕਿਸੇ ਦੀਆਂ ਖਿੱਚ ਲਈਆਂ, ਕਿਸੇ ਦੇ ਘਰ ਵੜ ਕੇ ਉਹ ਧੋਖੇ ਨਾਲ ਲੁੱਟ ਲਿਆ ਜਾਂ ਕੁਛ, ਇਹ ਜਾਂ 2 ਨੰਬਰ ਦਾ ਵਿਆਹ ਹੀ ਕਰਾ ਲਿਆ। ਇਹ ਵੀ ਇੱਕ ਬੜਾ ਬਿਲਕੁਲ ਕਿਉਂਕਿ ਇਹ ਨੌਜਵਾਨ ਨੇ, ਬਥੇਰੀਆਂ ਖੂਬਸੂਰਤ ਵੀ ਨੇ, ਇਸ ਤਰੀਕੇ ਛੱਡ ਦਿੱਤੀਆਂ ਗਈਆਂ। ਸੋ ਇਹ ਇਹਨਾਂ ਚੋਂ ਕਾਫੀ, ਕਿਉਂਕਿ ਇਹ ਅਣਸੁਖਾਵੇਂ ਸਰੀਰਕ ਸੰਬੰਧ ਵੀ ਨੇ, ਫਿਰ ਗੈਰ ਕਾਨੂੰਨੀ ਵੀ ਨੇ, ਜਿਹੜੇ ਕੁਝ ਬਣਾ ਲੈਂਦੀਆਂ ਨੇ, ਬਿਮਾਰੀਆਂ ਤੋਂ ਵੀ ਗ੍ਰਸਤ ਨੇ, ਫਿਰ ਇਹ ਬਦਲਾ ਲਊ ਨੀਤੀ ਨਾਲ ਕਈ ਫਿਰਦੀਆਂ ਨੇ ਕਿ ਅੱਛਾ ਮੈਨੂੰ ਇਹ ਬਿਮਾਰੀ ਹੋ ਗਈ HIV, ਤਾਂ ਫਿਰ ਮੈਂ ਹੋਰ 50 ਦੇ ਨਾਲ ਸੰਬੰਧ ਬਣਾਉਣੀ ਆ ਤਾਂ ਕਿ ਸਾਰਿਆਂ ਨੂੰ ਮੈਂ ਇਹ ਬਿਮਾਰੀ ਮੈਨੂੰ ਵੀ ਇਸ ਤਰੀਕੇ ਦਿੱਤਾ ਤਾਂ ਮੈਂ ਸਾਰਿਆਂ ਨੂੰ ਇਹ ਦੇ ਕੇ ਜਾਵਾਂਗੀ। ਸੋ ਇਹ ਚੀਜ਼ ਖਤਰਨਾਕ ਰੁਝਾਨ ਜਿਵੇਂ ਸ਼ੁਰੂ ਹੁੰਦਾ ਜੇ ਨਾ, ਜੇ ਆਪਾਂ ਨਾ ਵੇਲੇ ਸਿਰ ਇਹਨੂੰ ਰੋਕਿਆ ਗਿਆ, ਕਿਉਂਕਿ ਧੁਰਾ ਦੇਖੋ ਨਾ ਕਿੱਥੇ ਹੈ, ਆਪਾਂ ਉਹਦੀਆਂ ਰੈਮੀਫਿਕੇਸ਼ਨਸ ਵੇਖ ਰਹੇ ਹਾਂ, ਅੱਗੇ ਆ ਹੋਇਆ, ਪਰ ਕਰਨ ਵਾਲਾ ਕੌਣ ਹੈ? ਉਹ ਚੋਲਾ ਚਾਪ ਡਾਕਟਰਾਂ ਤੇ ਕਦੋਂ ਸਰਕਾਰ ਸ਼ਿਕੰਜਾ ਕੱਸੇ? ਇਹ ਨਹੀਂ ਕੱਸਦੀ ਜੀ, ਇਹ ਨਹੀਂ ਕੱਸਦੀ, ਇਹੋ ਜਿਹੇ ਕੰਮਾਂ ਤੇ ਤਾਂ ਕੱਸਦੀ ਨਹੀਂ।
ਉਹ ਜਿਨ੍ਹਾਂ ਨੂੰ 10 ਤੋਂ 50 ਹਜ਼ਾਰ ਕਮਿਸ਼ਨ ਇਹਦੇ ਚ ਮਿਲਦਾ ਹੋਏ, ਉਹਨਾਂ ਨੂੰ ਤਾਂ ਆਪਾਂ ਰੋਕ ਨਹੀਂ ਰਹੇ। ਸੋ ਇਹ ਜ਼ਮੀਨੀ ਪੱਧਰ ਤੇ ਜਿਹੜਾ ਇਹ ਕਰਪਸ਼ਨ, ਜਿਹੜਾ ਕਿ ਸਾਡੀਆਂ ਮਾਵਾਂ, ਸਾਡੀਆਂ ਧੀਆਂ ਨੂੰ ਹੜੱਪ ਕਰ ਰਿਹਾ ਹੈ, ਇਹ ਇੱਕ ਮੇਜਰ ਇਸ਼ੂ ਬਣ ਚੁੱਕਾ ਹੈ। ਜੇ ਇਸ ਵੱਲ ਧਿਆਨ ਨਾ ਕੀਤਾ ਗਿਆ ਤਾਂ ਬਹੁਤ ਅੱਗੋਂ ਨਤੀਜੇ ਭਿਆਨਕ ਹੋਣ ਵਾਲੇ ਨੇ। ਜਦੋਂ ਵੱਡੀ ਪੱਧਰ ਤੇ ਜੈਨੇਟਿਕ ਤਬਦੀਲੀ ਹੋ ਜਾਏ ਤਾਂ ਤੁਸੀਂ ਸਮਝ ਸਕਦੇ ਹੋ 383 ਜਾਤੀਆਂ ਸਾਡੀ ਇਸ ਧਰਤੀ ਨੂੰ ਅਲਵਿਦਾ ਕਹਿ ਚੁੱਕੀਆਂ, ਜਿਹਦਾ ਪੂਰਾ ਰੈਕੋਰਡ ਅਸੀਂ ਕੱਢ ਸਕਦੇ ਹਾਂ, ਜਿਹੜੀਆਂ ਸਿਰਫ ਇਸ ਕਾਰਨ ਕਿ ਧੀਆਂ ਨਹੀਂ ਸੀ ਜੰਮਣ ਦਿੰਦੀਆਂ ਤਾਂ ਉਹ ਇਸ ਦੁਨੀਆ 'ਚ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਤੇ ਹੁਣ ਤੇ ਅਸੀਂ ਮਾਵਾਂ ਹੀ ਬਾਂਝ ਬਣਾ ਛੱਡੀਆਂ, ਤਾਂ ਫਿਰ ਤੁਸੀਂ ਸਮਝ ਲਓ ਕਿ ਕਿਸ ਪਾਸੇ ਨੂੰ ਚਾਲੇ ਪਾਏ ਹੋਏ ਨੇ। ਤੇ ਗੱਲ ਸਿਰਫ ਇਹ ਕਿ ਇੱਕੋ ਝੋਲਾ ਛਾਪ ਡਾਕਟਰਾਂ ਦੀ ਕਮਿਸ਼ਨ ਕਿਸੇ ਪਾਸਿਓਂ ਨਹੀਂ ਰੁਕ ਰਹੀ ਤੇ ਆਰਐਮਪੀ ਜਾਂ ਦਾਈਆਂ ਗਲਤ ਤਰੀਕੇ ਦੱਬੀ ਆਉਂਦੀਆਂ ਜੀ ਕੰਮ, ਉਹ ਤਾਂ ਕੋਈ ਰੋਕਣ ਵਾਲਾ ਕੋਈ ਨਹੀਂ। ਸੋ ਇਸ ਚੀਜ਼ ਲਈ ਸਖਤ ਸਜ਼ਾਵਾਂ ਦੀ ਲੋੜ ਹੈ। ਇਸ ਚੀਜ਼ ਤੇ ਸਾਨੂੰ ਜੇ ਨਾ ਇੱਕਦਮ ਰੋਕ ਲਾਈ ਤਾਂ ਅਜੇ ਤਾਂ ਅਸੀਂ ਦੂਜੇ ਨੰਬਰ ਤੇ, ਕੋਈ ਬਹੁਤਾ ਔਖਾ ਨਹੀਂ ਗੱਲ ਕਿ ਪਹਿਲੇ ਨੰਬਰ ਤੇ ਆਉਣ ਲੱਗੇ ਮਿੰਟ ਹੀ ਮਾਰਦੇ। ਬਿਲਕੁਲ। ਪਰ ਦੇਖੋ ਨਾ ਭਾਜੀ, ਤੁਹਾਨੂੰ ਦੁਨੀਆ ਸੁਣਦੀ ਹੈ, ਤੁਹਾਡੇ ਕਹੇ ਦਾ ਅਸਰ ਹੁੰਦਾ। ਮੇਰਾ ਖਿਆਲ ਹੈ ਕਿ ਜੇ ਆਪਾਂ ਆਪਣੇ NRI ਵੀਰਾਂ ਭੈਣਾਂ ਨੂੰ ਸੁਚੇਤ ਕਰ ਦਈਏ ਕਿ ਆਪਾਂ ਆਪਣੇ ਪਿੰਡਾਂ ਵਿੱਚ ਹੀ ਇਸ ਦੀ ਜਾਣਕਾਰੀ ਦੇ ਦੇਣ ਕਿ ਔਰਤਾਂ ਦੇ ਰੋਗ ਆਮ ਹੁੰਦੇ ਨੇ ਤੇ ਉਹਨਾਂ ਦਾ ਇਲਾਜ ਸੰਭਵ ਹੈ। ਬਿਲਕੁਲ, ਐਵੇਂ ਨਾ ਬੱਚੇਦਾਨੀਆਂ ਕਢਾਈ ਜਾਓ ਤੁਰੇ ਜਾਂਦੇ। ਬਿਲਕੁਲ, ਇਹ ਇੱਕ ਸਖਤ ਸਾਨੂੰ ਸੁਨੇਹਾ ਦੇਣਾ ਪਏਗਾ, ਇੱਕ ਮੁਹਿੰਮ ਵਿੱਢਣੀ ਪਏਗੀ, ਸਭ ਨੂੰ ਜਾਗਰਤੀ ਇਸ ਪਾਸੇ ਲਿਆਉਣ ਦੀ ਲੋੜ ਹੈ ਕਿ ਤੁਸੀਂ ਭਾਈ ਇੰਨਾ ਵੀ ਕੈਂਸਰ ਤੋਂ ਨਾ ਡਰੋ, ਇੰਨਾ ਵੀ ਨਹੀਂ, ਪਰ ਇਹ ਬੱਚੇਦਾਨੀਆਂ ਕਢਾਉਣ ਦੇ ਰੈਕਟ ਤੋਂ ਬਚੋ। ਇਹ ਬਹੁਤ ਅਹਿਮ ਗੱਲ ਹੈ, ਕਿਉਂਕਿ ਇੰਨੀਆਂ ਨੌਜਵਾਨ ਮੌਤਾਂ ਜਦੋਂ ਹੋਣਗੀਆਂ ਉਹ ਤਬਾਹੀ ਆ ਜਾਣੀ ਜੇ ਸੱਚਮੁੱਚ ਉਹਨਾਂ ਦੇ ਕੰਮਕਾਰ ਕਰਨ ਦੀ ਜਿਹੜੀ ਤਾਕਤ ਉਹ ਵੀ ਖਤਮ ਹੋ ਜਾਂਦੀ ਹੈ। ਦੇਖੋ, ਬੰਦਾ ਬਾਂਝ ਤਾਂ ਕਿਸੇ ਪਾਸੇ ਵੀ ਹੋ ਜੇ, ਅੰਗ ਜਿਹੜਾ ਵੀ ਹੈ ਜੋ ਮਰਜ਼ੀ ਨਿਕਲਦੇ, ਉਹ ਹੈਲਥ ਤੁਹਾਡੀ, ਉਹ ਸਿਹਤ ਤਾਂ ਸਹੀ ਨਹੀਂ ਨਾ ਰਹਿੰਦੀ ਜੋ ਮਰਜ਼ੀ ਕਰ ਲਓ। ਹਾਂਜੀ, ਪਰ ਜਿਹੜੀਆਂ ਇਹਨਾਂ ਨੂੰ ਅੱਗੋਂ ਦਿਮਾਗੀ ਨੁਕਸ, ਫਿਰ ਕਈਆਂ ਨੂੰ ਮਾਨਸਿਕ ਰੋਗ, ਫਿਰ ਉਹਦੇ ਵਿੱਚ ਮੂਡ ਡਿਸਆਰਡਰਸ, ਜਿਨ੍ਹਾਂ ਵਿੱਚੋਂ ਈਵਨ ਮਾਰ ਕੁਟਾਈ, ਕਤਲ ਤੱਕ ਚਲੇ ਜਾਣਾ, ਇੰਨਾ ਭਿਆਨਕ ਯਾਨੀ ਅਗਰੈਸਿਵ ਮੂਡ ਵਿੱਚ ਜਾਣਾ, ਇਹ ਸਾਰੀਆਂ ਦੇ ਸਾਰੇ ਮਾਨਸਿਕ ਰੋਗ ਵੀ ਇਹਨਾਂ ਵਿੱਚ ਦਿਸਣੇ ਸ਼ੁਰੂ ਹੋ ਚੁੱਕੇ ਨੇ। ਕਿਉਂਕਿ ਹਰ ਵੇਲੇ ਤਿਰਸਕਾਰ ਜਾਂ ਹਰ ਵੇਲੇ ਆਪਣੇ ਅੰਦਰ ਹੀਨ ਭਾਵਨਾ ਲੈ ਕੇ ਕਿਸੇ ਤੋਂ ਬਹੁਤੀ ਦੇਰ ਜੀਵਿਆ ਨਹੀਂ ਜਾ ਸਕਦਾ। ਇਹੀ ਕਾਰਨ ਨੇ ਕਿ ਇਹਦੇ ਲਈ ਇਸ ਵੇਲੇ UN ਵੱਲੋਂ ਵੀ ਆਵਾਜ਼ ਚੁੱਕੀ ਗਈ ਤੇ ਗੱਲ ਐਨਲਸ ਆਫ ਮੈਡੀਕਲ ਐਂਡ ਹੈਲਥ ਸਾਇੰਸ ਰਿਸਰਚ ਰਸਾਲੇ ਵਿੱਚ ਬੜੇ ਵੱਡੇ ਪੱਧਰ ਤੇ ਛਾਪ ਕੇ ਇੱਕ ਨਾ ਚੇਤਾਵਨੀ ਵਜੋਂ ਭੇਜੀ ਗਈ ਹੈ। ਡਾਕਟਰਾਂ ਵਿੱਚ ਵੀ ਸਰਕੂਲੇਟ ਕੀਤੀ ਜਾ ਰਹੀ ਹੈ ਕਿ ਭਾਈ ਜਾਗੋ, ਆਪਣੇ ਇਲਾਕਿਆਂ 'ਚ ਜਿਹੋ ਜਿਹੀਆਂ ਕੋਈ ਆ ਰਹੀਆਂ ਨੇ ਉਹਨਾਂ ਨੂੰ ਸਮਝਾਓ। ਇਹ ਦੱਸਣਾ ਜ਼ਰੂਰੀ ਹੈ ਕਿ ਯੂਟਰਸ ਪਲੀਜ਼ ਕਢਾਉਣ ਵੱਲ ਨਾ ਜਾਓ, ਬਹੁਤ ਸਾਰੇ ਇਲਾਜ ਹਨ ਜਿਹੜੇ ਕੀਤੇ ਜਾ ਸਕਦੇ ਨੇ। ਸੋ ਇਹ ਚੀਜ਼ ਦੀ ਅਵੇਅਰਨੈਸ ਭਾਜੀ, ਜੇ ਤੁਸੀਂ, ਕਿਉਂਕਿ ਤੁਹਾਡੇ ਤਾਂ ਇੱਥੇ ਵੀ ਬਹੁਤ ਦੂਰ ਤੱਕ ਤੁਹਾਡੀ ਜਾਣ ਪਛਾਣ, ਤੁਹਾਡੀ ਪਹੁੰਚ ਦੂਰ ਤੱਕ ਹੈ, ਜੇ ਇਹ ਜਾਗਰਤੀ ਅਸੀਂ ਕਿਤੇ ਸਾਰਿਆਂ ਨੂੰ ਦੇ ਸਕੀਏ, ਬਹੁਤ ਪੁੰਨ ਦਾ ਕੰਮ ਹੋਏਗਾ ਕਿ ਅਸੀਂ ਆਪਣੀ ਪੁਸ਼ਤ ਬਚਾ ਸਕਾਂਗੇ। ਵਰਨਾ ਤਾਂ ਇਹ ਹੌਲੀ ਹੌਲੀ ਜੋ ਆਪਾਂ ਨੂੰ ਦਿਖ ਹੀ ਰਿਹਾ ਚੁਫੇਰਿਓਂ, ਜਿਸ ਤਰੀਕੇ ਸਾਡੀ ਕੌਮ ਤੇ ਜੱਫਾ ਪਿਆ ਹੋਇਆ ਕਿ ਪੰਜਾਬੀਅਤ ਖਤਮ ਕਰਨੀ ਹੈ, ਇਸ ਚੀਜ਼ ਪੱਖੋਂ ਬਹੁਤ ਧਿਆਨ ਰੱਖਣ ਦੀ ਲੋੜ ਹੈ। ਪੰਜਾਬੀਅਤ ਤਾਂ ਸਿੱਧਾ ਹੀ ਗੱਲ ਹੈ ਜੀ, ਪੰਜਾਬੀਅਤ ਤਾਂ ਇਹ ਕਰਤਾ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਦਿਮਾਗ 'ਚ ਇੱਕ ਗੱਲ ਪਾਤੀ ਵੀ ਪੰਜਾਬ ਤਾਂ ਤੁਹਾਡੇ ਰਹਿਣ ਲਾਇਕ ਨਹੀਂ, ਨਿਕਲ ਜਾਓ, ਭੱਜ ਜਾਓ ਇੱਥੋਂ ਬਸ। ਬਿਲਕੁਲ ਉਹੀ ਗੱਲ ਹੈ ਕਿ ਅੱਧੇ ਜਿਹੜੇ ਠੀਕ ਠਾਕ ਭਜਾ ਦਿੱਤੇ, ਬਾਕੀ ਨਸ਼ਿਆਂ 'ਚ ਗ੍ਰਸਤ ਕਰ ਦਿੱਤੇ, ਤੇ ਜਿਹੜੇ ਬਚੇ ਉਹਨਾਂ ਨੂੰ ਅਸੀਂ ਇਨਫਰਟੀਲਿਟੀ ਸੈਂਟਰਾਂ ਦੇ ਬਾਹਰ ਲੰਬੀਆਂ ਲਾਈਨਾਂ 'ਚ ਦੇਖ ਸਕਦੇ ਹਾਂ। ਤੇ ਹੁਣ ਆਹ ਜਿਹੜਾ ਕੰਮ ਰਹਿ ਗਿਆ ਸੀ, ਅਸੀਂ ਔਰਤਾਂ ਨੂੰ ਬਾਂਝ ਬਣਾਉਣ 'ਚ, ਇਹਦੇ 'ਚ ਵੀ ਪਿਛਾਂਹ ਨਹੀਂ ਰਹੇ। ਬਈ ਪੰਜਾਬੀ ਹਰ ਪਾਸੇ ਕਿ ਅਸੀਂ ਅਗਾਂਹ ਹੀ ਆਉਣਾ, ਪਰ ਕੋਈ ਚੰਗੀ ਚੀਜ਼ ਵੱਲੋਂ ਵੀ ਅਗਾਂਹ ਆਈਏ ਨੇ, ਮਾੜੀਆਂ ਹੀ ਪੱਖ ਕਿਉਂ ਸਾਡੇ ਉਜਾਗਰ ਹੋ ਰਹੇ ਨੇ। ਸੋ ਇਹ ਸਾਰੇ ਪਾਸਿਓਂ ਦੀ ਮਾਰ ਭਾਜੀ ਸੌਖੀ ਨਹੀਂ ਜਰੀ ਜਾਣੀ। ਆਪਾਂ ਅੱਜ ਖੁਸ਼ ਹਾਂ, ਸਾਡੇ ਅਮਰੀਕਾ 'ਚ ਬਹੁਤ ਵੀਰ ਭੈਣਾਂ ਚੰਗਾ ਨਾਮ ਕਮਾ ਚੁੱਕੇ ਨੇ, ਕੈਨੇਡਾ 'ਚ ਕਮਾ ਚੁੱਕੇ ਨੇ, ਆਸਟ੍ਰੇਲੀਆ 'ਚ ਕਮਾ ਚੁੱਕੇ ਨੇ, UK 'ਚ ਢੇਰ ਲੱਗਿਆ ਪਿਆ, ਬਹੁਤ ਚੰਗੀ ਗੱਲ ਏ। ਪਰ ਵੀਰਾ, ਇੱਕ ਮਿੰਟ ਜ਼ਰਾ ਇਹ ਸੋਚ ਕੇ ਵੇਖੋ ਕਿ ਜਦੋਂ ਕਿਸੇ ਦਾ ਆਪਣਾ
ਆਪਣੀ ਜ਼ਮੀਨ, ਆਪਣਾ ਘਰ, ਆਪਣੀ ਪਛਾਣ ਜਿਸ ਥਾਂ ਤੋਂ ਸ਼ੁਰੂ ਹੋਈ ਸੀ ਉਹ ਖੁੱਸ ਜਾਏ ਤਾਂ ਫਿਰ ਬੰਦਾ ਕਿਤੇ ਦਾ ਨਹੀਂ ਰਹਿੰਦਾ। ਹੌਲੀ ਹੌਲੀ ਉਹ ਉੱਥੋਂ ਦੀ ਸੱਭਿਅਤਾ ਵਿੱਚ ਰਚ ਮਿਚ ਜਾਏਗਾ। ਤੀਜੀ ਜਾਂ ਚੌਥੀ ਪੁਸ਼ਤ ਉਹ ਕਿਹੜੀ ਥਾਂ ਨੂੰ ਆਪਣੀ ਕਹੇਗੀ, ਆਪਣਾ ਪਿਛੋਕੜ ਕੀ ਦੱਸੇਗੀ, ਪਛਾਣ ਕੀ ਦੱਸੇਗੀ। ਸੋ ਪੰਜਾਬ ਦਾ ਖੁੱਸ ਜਾਣਾ ਪੰਜਾਬੀਆਂ ਦੇ ਹੱਥੋਂ ਬਹੁਤ ਮਾਰ ਦੀ ਗੱਲ ਹੈ। ਯਹੂਦੀ ਵੀ ਦੇਖੋ ਨਾ, ਲੜ ਫਿੜ ਕੇ ਆਪਣੀ ਥਾਂ ਤੇ ਹਰ ਇੱਕ ਨੂੰ ਚਾਹੀਦੀ ਹੁੰਦੀ ਹੈ ਕਿ ਇਹ ਸਾਡਾ ਹੋਮਲੈਂਡ ਹੈ, ਪਰ ਸਾਡਾ ਹੋਮਲੈਂਡ ਹੀ ਖੁੱਸੀ ਜਾਂਦਾ। ਆਪਾਂ ਖੁਸ਼ੀ ਤਾਂ ਮਨਾਈਏ, ਹੋਰਨਾਂ ਮੁਲਕਾਂ 'ਚ ਚੜ ਰਹੇ ਹਾਂ, ਪਰ ਉਹਨਾਂ ਮੁਲਕਾਂ 'ਚ ਜਾ ਕੇ ਜਜ਼ਬ ਹੋ ਰਹੇ ਹਾਂ। ਸਾਡੀ ਤੀਜੀ ਚੌਥੀ ਪੁਸ਼ਤ ਪਛਾਣ ਗਵਾਏਗੀ ਕਿਉਂਕਿ ਸਾਡਾ ਆਪਣਾ ਕਹਿਣ ਵਾਲਾ ਕੋਈ ਥਾਂ ਹੋਣਾ ਨਹੀਂ। ਸਾਨੂੰ ਪਾੜ ਦਿੱਤਾ ਗਿਆ ਹਿੰਦੂ, ਸਿੱਖ, ਮੁਸਲਮਾਨ, ਈਸਾਈ ਵਿੱਚ। ਅੱਗੋਂ ਫੇਰ ਉਹਦੇ 'ਚ ਜਾਤ ਪਾਤ ਦਾ ਰੌਲਾ ਪਾ ਕੇ ਅੱਗੋਂ ਫੇਰ ਹਰ ਇੱਕ ਨੂੰ ਵੰਡ ਦਿੱਤਾ ਗਿਆ। ਅਸੀਂ ਪੰਜਾਬੀ ਨਹੀਂ ਰਹੇ, ਹੋਰ ਸਭ ਕੁਝ ਬਣ ਚੁੱਕੇ ਹਾਂ। ਆਪਦੇ ਨਹੀਂ ਬਣੇ, ਬਸ ਬਾਕੀ ਸਾਰਾ ਕੁਝ ਹੋ ਗਿਆ। ਬਿਲਕੁਲ। ਸੋ ਇਸੇ ਕਾਰਨ ਇਹ ਜੰਗ ਵਿੱਢਣ ਦੀ ਲੋੜ ਹੈ ਕਿ ਆਹ ਹੱਲਾ ਤਾਂ ਬਹੁਤ ਹੀ ਭਾਰੀ ਸਾਨੂੰ ਪੈਣ ਵਾਲਾ ਜੇ। ਇਹ ਯੂਟਰਸ ਰਿਮੂਵ ਕਰਨ ਦਾ ਜੋ ਸ਼ੁਰੂ ਹੋਇਆ ਪਿਆ ਨਾ, ਸੇਲਜ਼ਮੈਨ, ਕਮਿਸ਼ਨ ਸੇਲਜ਼ਮੈਨ ਨਾਮ ਦਿੱਤਾ ਗਿਆ ਜਿਹੜੇ ਝੋਲਾ ਛਾਪ ਸ਼ੁਰੂ ਹੋਏ ਨੇ ਤੇ ਕਰਵਾ RMPs ਰਾਹੀਂ ਰਹੇ ਨੇ। ਸੋ ਇਹਦੇ ਤੇ ਸ਼ਿਕੰਜਾ ਤਗੜਾ ਕੱਸਣ ਦੀ ਲੋੜ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਮਿਹਰਬਾਨੀ ਜੀ। ਇਹ ਸਨ ਡਾਕਟਰ ਸ਼ਿੰਦਰ ਕੌਰ ਹੋਰੀ। ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ? YouTube ਅਤੇ Facebook ਪੇਜ ਦੇ ਉੱਤੇ ਪਲੀਜ਼ ਕਮੈਂਟ ਜ਼ਰੂਰ ਕਰਨਾ। ਸੋ ਇਸ ਤੋਂ ਇਲਾਵਾ ਜਲਦੀ ਸਵੇਰ ਦਾ ਪ੍ਰੋਗਰਾਮ ਪੰਜਾਬ ਦਾ ਕਿੱਸਾ ਜਾਂ ਹੋਰ ਕੋਈ ਨਾਂ ਤੁਸੀਂ ਸੁਜੈਸਟ ਕਰ ਦਿਓ। ਅਰਲੀ ਮਾਰਨਿੰਗ ਸ਼ੋਅ ਜਿਹੜਾ ਹੈ ਇੰਡੀਆ ਦੇ ਹਿਸਾਬ ਦੇ ਨਾਲ ਤੇ ਤੁਹਾਡੀ ਈਵਨਿੰਗ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। 6:30 to 9:30 ਇਹ ਪ੍ਰੋਗਰਾਮ ਹੋਏਗਾ। ਕੌਮਿਤਾ ਮਿਨਾਸ ਲੈ ਕੇ ਹਾਜ਼ਰ ਹੋਣਗੇ, ਨਾਲ ਅੱਛੇ ਮਹਿਮਾਨ ਹੋਣਗੇ। ਸੋ ਚੰਡੀਗੜ੍ਹ ਸਟੂਡੀਓ ਤੋਂ ਇਹ ਪ੍ਰੋਗਰਾਮ ਜਲਦ ਤੁਹਾਡੇ ਜਿਹੜਾ ਕੰਨਾਂ ਦੇ ਵਿੱਚ ਪਏਗਾ, ਸੁਣੋਗੇ, ਆਨੰਦ ਲਓਗੇ। ਸੋ ਇੱਕ ਨਵੀਂ ਕੋਸ਼ਿਸ਼ ਹੈ ਕਿਉਂਕਿ ਬੜੇ ਵੀਰਾਂ ਨੇ ਕਿਹਾ ਸੀਗਾ ਕਿ ਅੱਛਾ ਮਿਆਰੀ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਜਾਵੇ। ਸੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਪਲੀਜ਼ ਕਮੈਂਟ ਜ਼ਰੂਰ ਕਰਨਾ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇ ਵਾਲੇ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।